ਹੈਲੋ ਸਟੂਡੈਂਟਸ, ਕਲਾਸ 10+1 ਦੀ ਆਨਲਾਈਨ ਬਾਇਓਲੋਜੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਬੇਟਾ ਅਸੀਂ ਕਰ ਰਹੇ ਹਾਂ ਸਾਡਾ ਚੈਪਟਰ ਬਾਇਓਮੋਲੀਕਿਊਲਸ। ਬਾਇਓਮੋਲੀਕਿਊਲਸ ਚੈਪਟਰ ਦੇ ਵਿੱਚ ਬੇਟਾ ਅਸੀਂ ਦੋ ਪਾਰਟਸ ਦੇ ਵਿੱਚ ਇਸ ਚੈਪਟਰ ਨੂੰ ਸਟੱਡੀ ਕਰ ਰਹੇ ਹਾਂ। ਸਭ ਤੋਂ ਪਹਿਲਾਂ ਬੇਟਾ ਅਸੀਂ ਗੱਲ ਕੀਤੀ ਹੈ ਮਾਈਕਰੋਮੋਲੀਕਿਊਲਸ ਦੀ, ਮਤਲਬ ਕਿ ਛੋਟੇ ਮੋਲੀਕਿਊਲਸ। ਉਸ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਅੱਜ ਗੱਲ ਕਰਾਂਗੇ ਮੈਕਰੋਮੋਲੀਕਿਊਲਸ ਦੀ। ਬਾਇਓ ਮੈਕਰੋਮੋਲੀਕਿਊਲਸ ਮਤਲਬ ਕਿ ਜਿਨ੍ਹਾਂ ਦਾ ਮੋਲੀਕੂਲਰ ਮਾਸ ਜ਼ਿਆਦਾ ਹੈ ਉਹਨਾਂ ਦੀ ਗੱਲ ਕਰਾਂਗੇ। ਜੇ ਬੇਟਾ ਅਸੀਂ ਇਸ ਚੈਪਟਰ ਬਾਰੇ ਇੱਕ ਵਾਰ ਰਿਵਾਈਜ਼ ਕਰਨ ਦੀ ਕੋਸ਼ਿਸ਼ ਕਰੀਏ ਕਿ ਕੀ ਕੁਝ ਅਸੀਂ ਹੁਣ ਤੱਕ ਪੜ੍ਹ ਚੁੱਕੇ ਹਾਂ, ਤਾਂ ਸਾਡੇ ਕੋਲੇ ਬੇਟਾ ਜਿਹੜੇ ਬਾਇਓਮੋਲੀਕਿਊਲਸ ਨੇ, ਇਹਨਾਂ ਬਾਇਓਮੋਲੀਕਿਊਲਸ ਦੇ ਵਿੱਚ ਅਸੀਂ ਇਹ ਦੇਖਿਆ ਕਿ ਸਾਡੇ ਕੋਲੇ ਮੋਨੋਮਰ ਯੂਨਿਟਸ ਹੁੰਦੀਆਂ ਨੇ ਅਤੇ ਉਹ ਮੋਨੋਮਰਸ ਆਪਸ ਦੇ ਵਿੱਚ ਕੰਬਾਈਨ ਕਰਕੇ ਪੋਲੀਮਰਸ ਬਣਾਉਂਦੇ ਹੈ। ਜਿਹੜੀਆਂ ਬੇਟਾ ਇਹ ਮੋਨੋਮਰ ਯੂਨਿਟਸ ਨੇ ਇਹ ਛੋਟੇ ਮੋਲੀਕਿਊਲਸ ਹੁੰਦੇ ਹੈ, ਮਾਈਕਰੋ ਮੋਲੀਕਿਊਲਸ ਹੁੰਦੇ, ਅਤੇ ਜਿਹੜੇ ਪੋਲੀਮਰਸ ਨੇ ਵੱਡੇ ਮੋਲੀਕਿਊਲਸ ਨੇ, ਮੈਕਰੋ ਮੋਲੀਕਿਊਲਸ ਨੇ। ਜਿਸ ਤਰ੍ਹਾਂ ਬੇਟਾ ਅਸੀਂ ਗੱਲ ਕੀਤੀ ਹੈ, ਅਸੀਂ ਅਮਾਈਨੋ ਐਸਿਡ ਦੀ ਗੱਲ ਕੀਤੀ ਹੈ। ਅਮਾਈਨੋ ਐਸਿਡ ਨੂੰ ਅਸੀਂ ਮਾਈਕਰੋ ਮੋਲੀਕਿਊਲਸ 'ਚ ਸਟੱਡੀ ਕੀਤਾ ਹੈ, ਪਰ ਅੱਜ ਅਸੀਂ ਦੇਖਾਂਗੇ ਕਿ ਕਿਵੇਂ ਇਹ ਅਮਾਈਨੋ ਐਸਿਡ ਦੇ ਮੋਲੀਕਿਊਲਸ ਇੱਕ ਦੂਸਰੇ ਨਾਲ ਕੰਬਾਈਨ ਕਰਕੇ ਪ੍ਰੋਟੀਨਸ ਬਣਾਉਂਦੇ ਹੈ। ਤਾਂ ਹੁਣ ਜਿਹੜੇ ਇਹ ਪ੍ਰੋਟੀਨਸ ਬਣ ਗਏ ਇਹ ਕੀ ਨੇ? ਬਾਇਓ ਮੈਕਰੋ ਮੋਲੀਕਿਊਲਸ, ਜੋ ਸਾਡਾ ਅੱਜ ਦੇ ਚੈਪਟਰ ਦਾ ਸਕੋਪ ਹੈ। ਇਸੇ ਤਰੀਕੇ ਨਾਲ ਬੇਟਾ ਅਸੀਂ ਗੱਲ ਕੀਤੀ ਹੈ ਕਿ ਸਿੰਪਲ ਸ਼ੂਗਰ ਮੋਲੀਕਿਊਲਸ ਨੇ, ਜਿਸ ਤਰ੍ਹਾਂ ਅਸੀਂ ਗਲੂਕੋਜ਼ ਮੋਲੀਕਿਊਲ ਦੇ ਸਟਰਕਚਰ ਬਾਰੇ ਵੀ ਸਟੱਡੀ ਕੀਤਾ ਹੈ। ਤਾਂ ਅੱਜ ਅਸੀਂ ਵੇਖਾਂਗੇ ਕਿ ਕਿਵੇਂ ਗਲੂਕੋਜ਼ ਮੋਲੀਕਿਊਲ ਇੱਕ ਦੂਜੇ ਨਾਲ ਕੰਬਾਈਨ ਕਰਕੇ ਸਟਾਰਚ ਬਣਾਉਂਦੇ ਨੇ। ਤਾਂ ਹੁਣ ਗਲੂਕੋਜ਼ ਜਿਹੜਾ ਹੈਗਾ ਬਾਇਓ ਮਾਈਕਰੋ ਮੋਲੀਕਿਊਲ ਹੈ ਅਤੇ ਸਟਾਰਚ ਜਿਹੜਾ ਹੈਗਾ ਬਾਇਓ ਮੈਕਰੋ ਮੋਲੀਕਿਊਲ ਹੈ। ਬਿਲਕੁਲ ਬੇਟਾ ਇਸੇ ਤਰੀਕੇ ਨਾਲ ਅਸੀਂ ਇਹ ਵੀ ਦੇਖਿਆ ਕਿ ਕਿਵੇਂ ਨਾਈਟ੍ਰੋਜਨ ਬੇਸ, ਸ਼ੂਗਰ ਅਤੇ ਫਾਸਫੇਟ ਕੰਬਾਈਨ ਕਰਕੇ ਨਿਊਕਲੀਓਟਾਈਡਸ ਬਣਾਉਂਦੇ ਨੇ। ਅਤੇ ਅੱਜ ਅਸੀਂ ਇਹ ਵੇਖਾਂਗੇ ਬੇਟਾ ਕਿ ਕਿਵੇਂ ਜਿਹੜੇ ਨਿਊਕਲੀਓਟਾਈਡਸ ਆਪਸ ਦੇ ਵਿੱਚ ਕੰਬਾਈਨ ਕਰਕੇ ਨਿਊਕਲਿਕ ਐਸਿਡ ਬਣਾਉਂਦੇ ਆ। ਤਾਂ ਇਸ ਤਰੀਕੇ ਨਾਲ ਬੇਟਾ ਸਾਡੇ ਕੋਲ ਜਿਹੜੇ ਇਸ ਸਾਈਡ ਦੇ ਉੱਤੇ ਆ ਰਹੇ ਨੇ, ਰਾਈਟ ਸਾਈਡ ਦੇ ਉੱਤੇ, ਇਹ ਸਾਰੇ ਜਿਹੜੇ ਹੈਗੇ ਨੇ ਬੇਟਾ ਸਾਡੇ ਕੋਲ ਕੀ ਹੋ ਗਏ? ਇਹ ਮੈਕਰੋ ਮੋਲੀਕਿਊਲਸ ਹੋ ਗਏ। ਇਹਨਾਂ ਮੈਕਰੋ ਮੋਲੀਕਿਊਲਸ ਦੇ ਵਿੱਚ ਸਾਡੇ ਕੋਲ ਪ੍ਰੋਟੀਨ ਆ ਗਏ, ਮੈਂ ਸਟਾਰਚ ਲਿਖਿਆ, ਇਹ ਪੋਲੀਸੈਕਰਾਈਡਸ ਆ ਗਏ, ਨਿਊਕਲਿਕ ਐਸਿਡ ਆ ਗਏ। ਤਾਂ ਸਟਾਰਚ, ਪੋਲੀਸੈਕਰਾਈਡ ਮਤਲਬ ਕਿ ਕਾਰਬੋਹਾਈਡਰੇਟ, ਨਿਊਕਲਿਕ ਐਸਿਡ, ਇਹ ਸਾਡੇ ਬੇਟਾ ਮੇਨ ਮੈਕਰੋ ਮੋਲੀਕਿਊਲਸ ਹੈਗੇ ਨੇ, ਬਾਇਓ ਮੈਕਰੋ ਮੋਲੀਕਿਊਲਸ, ਜੋ ਕਿ ਸਾਡਾ ਅੱਜ ਦੇ ਚੈਪਟਰ ਦਾ ਸਕੋਪ ਹੋਏਗਾ ਬੇਟਾ। ਤਾਂ ਹੁਣ ਅਸੀਂ ਵੇਖਦੇ ਹਾਂ ਬੇਟਾ ਕਿ ਬਾਇਓ ਮੈਕਰੋ ਮੋਲੀਕਿਊਲਸ ਹੈਗੇ ਕੀ ਨੇ। ਬਾਇਓ ਮੈਕਰੋ ਮੋਲੀਕਿਊਲਸ ਆਰ ਦਾ ਬਾਇਓ ਮੋਲੀਕਿਊਲਸ ਵਿਚ ਹੈਵ ਮੋਲੀਕੂਲਰ ਮਾਸ ਗ੍ਰੇਟਰ ਦੈਨ 1000 ਡਾਲਟਨ। ਜਿਨ੍ਹਾਂ ਦਾ ਜਿਹੜਾ ਮੋਲੀਕੂਲਰ ਮਾਸ ਹੈ ਬੇਟਾ 1000 ਡਾਲਟਨ ਤੋਂ ਜ਼ਿਆਦਾ ਹੈ। ਤੁਸੀਂ ਕੈਮਿਸਟਰੀ ਦੇ ਵਿੱਚ ਪੜ੍ਹਦੇ ਹੋ 1 ਡਾਲਟਨ ਦੀ ਅਸੀਂ ਗੱਲ ਕਰਦੇ ਹਾਂ, ਜਾਂ ਇਸ ਨੂੰ ਅਸੀਂ ਬੇਟਾ 1 ਯੂਨਿਟ ਜਾਂ 1 ਅਸੀਂ ਅਟੋਮਿਕ ਮਾਸ ਯੂਨਿਟ ਵੀ ਕਹਿ ਦਿੰਦੇ ਹਾਂ। ਇਹ ਕੀ ਹੈ ਬੇਟਾ? ਜਿਹੜਾ ਆਪਣੇ ਕੋਲ ਕਾਰਬਨ ਐਟਮ ਹੈਗਾ, ਕਾਰਬਨ ਦਾ ਜਿਹੜਾ ਸਿੰਗਲ ਐਟਮ ਹੈ ਉਸ ਦਾ ਜਿਹੜਾ 1/12 ਵੇਟ ਆ ਗਿਆ ਬੇਟਾ, ਉਸ ਨੂੰ ਅਸੀਂ 1 ਡਾਲਟਨ ਕਹਿ ਦਿੰਦੇ ਹਾਂ, ਜਾਂ 1 ਯੂਨਿਟ ਕਹਿ ਦਿੰਦੇ ਹਾਂ, 1 ਅਟੋਮਿਕ ਮਾਸ ਯੂਨਿਟ ਕਹਿ ਦਿੰਦੇ ਹਾਂ। ਕਿਹਦਾ ਬੇਟਾ? ਕਾਰਬਨ ਦਾ ਜਿਹੜਾ ਨਿਊਟਰਲ ਐਟਮ ਹੈ, ਜਿਹੜਾ ਕਿਸੇ ਨਾਲ ਕੰਬਾਈਨ ਨਹੀਂ ਕੀਤਾ ਹੋਇਆ, ਇੰਡੀਪੈਂਡੈਂਟ ਐਟਮ ਹੈ, ਉਸ ਦੇ ਮਾਸ ਦਾ 1/12 ਪੋਰਸ਼ਨ ਜਿਹੜਾ ਹੈਗਾ ਦੈਟ ਇਜ਼ 1 ਡਾਲਟਨ। ਤਾਂ ਹੁਣ ਜੇ ਬੇਟਾ ਉਹ 1 ਡਾਲਟਨ ਜਿਹੜਾ ਹੈਗਾ ਬੜਾ ਛੋਟਾ ਮੋਲੀਕਿਊਲ ਹੋ ਗਿਆ, ਜੇ ਉਸ ਦਾ 1000 ਗੁਣਾ ਜ਼ਿਆਦਾ ਮੋਲੀਕੂਲਰ ਮਾਸ ਹੋ ਜੇ, ਮਤਲਬ ਕਿ 1000 ਡਾਲਟਨਸ ਤੱਕ ਚਲੇ ਜਾਵੇ, ਤਾਂ ਉਹ ਕੀ ਹੋ ਗਏ? ਬਾਇਓ ਮੈਕਰੋ ਮੋਲੀਕਿਊਲਸ ਹੋ ਗਏ। ਹੁਣ ਇਹਦੇ 'ਚ ਕੀ ਕੁਝ ਹੈ? ਜਿਵੇਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਇਹ 'ਚ ਪ੍ਰੋਟੀਨਸ ਆ ਜਾਂਦੇ ਨੇ, ਜਿਹੜੇ ਕਿਹਦੇ ਤੋਂ ਬਣਦੇ ਨੇ? ਅਮਾਈਨੋ ਐਸਿਡ ਤੋਂ। ਪੋਲੀਸੈਕਰਾਈਡਸ ਆ ਜਾਂਦੇ ਨੇ, ਜਿਹੜੇ ਮੋਨੋਸੈਕਰਾਈਡਸ ਤੋਂ ਬਣਦੇ ਹੈ। ਨਿਊਕਲਿਕ ਐਸਿਡ ਆ ਜਾਂਦੇ ਨੇ, ਜਿਹੜੇ ਬੇਟਾ ਨਿਊਕਲੀਓਟਾਈਡਸ ਤੋਂ ਬਣਦੇ ਹੈ। ਨਿਊਕਲੀਓਟਾਈਡ ਦਾ ਸਟਰਕਚਰ ਕੀ ਹੈ ਮੈਂ ਪੜ੍ਹਾ ਚੁੱਕੇ ਹਾਂ। ਪੋਲੀਸੈਕਰਾਈਡ ਕੀ ਤੋਂ ਬਣਦੇ? ਮੋਨੋਸੈਕਰਾਈਡ, ਉਹਦਾ ਸਟਰਕਚਰ ਕੀ ਅਸੀਂ ਆਲਰੇਡੀ ਕਰ ਚੁੱਕੇ ਹਾਂ। ਜਿਹੜੇ ਸਟੂਡੈਂਟਸ ਨੇ ਪਿਛਲੇ ਲੈਕਚਰ ਨਹੀਂ ਸੁਣੇ ਬੇਟਾ, ਤਾਂ ਉਹ ਪਹਿਲਾਂ ਉਹ ਲੈਕਚਰ ਸੁਣ ਲੈਣ। ਦੈਨ ਪ੍ਰੋਟੀਨਸ ਦੀ ਗੱਲ ਕਰਦੇ ਹਾਂ। ਪ੍ਰੋਟੀਨਸ ਕਿਹਦੇ ਤੋਂ ਬਣੇ ਹੋਏ ਨੇ? ਅਮਾਈਨੋ ਐਸਿਡਸ ਤੋਂ ਬਣੇ ਹੋਏ ਨੇ। ਅਮਾਈਨੋ ਐਸਿਡ ਦਾ ਸਟਰਕਚਰ ਅਸੀਂ ਆਲਰੇਡੀ ਕਰ ਚੁੱਕੇ ਹਾਂ। ਇਸ ਤਰੀਕੇ ਨਾਲ ਬੇਟਾ ਜਿਹੜੇ ਮੋਨੋਮਰ ਸੀਗੇ, ਮੋਨੋਸੈਕਰਾਈਡ ਜਿਹੜੇ ਆਪਣੇ ਕੋਲ ਮੋਨੋਮਰ ਯੂਨਿਟ ਸੀ, ਮਾਈਕਰੋ ਮੋਲੀਕਿਊਲ ਸੀਗੇ, ਉਹ ਅਸੀਂ ਕਰਵਾ ਚੁੱਕੇ ਹਾਂ। ਅਤੇ ਅੱਜ ਅਸੀਂ ਬੇਟਾ ਕਰ ਰਹੇ ਹਾਂ ਬਾਇਓ ਮੈਕਰੋ ਮੋਲੀਕਿਊਲਸ। ਸੋ ਇਹਨਾਂ ਦਾ ਜਿਹੜਾ ਮੋਲੀਕੂਲਰ ਮਾਸ ਹੈ 10000 ਡਾਲਟਨ ਜਾਂ ਇਸ ਤੋਂ ਜਿਹੜਾ ਹੈਗਾ ਬੇਟਾ ਜ਼ਿਆਦਾ ਹੋ ਸਕਦਾ। ਇਹ ਜਿਹੜੇ ਹੈਗੇ ਨੇ ਬੇਟਾ ਐਸਿਡ ਇਨਸੋਲੂਬਲ ਫ੍ਰੈਕਸ਼ਨਸ ਹੁੰਦੇ ਨੇ। ਦੈਨ ਬੇਟਾ ਆਪਣੇ ਕੋਲ ਜੇ ਅਸੀਂ ਗੱਲ ਕਰੀਏ ਲਿਪਿਡਸ ਦੀ, ਮੈਂ ਤੁਹਾਨੂੰ ਹੁਣੇ ਦੱਸਿਆ ਇੱਥੇ ਕਿ ਪ੍ਰੋਟੀਨ ਆ ਗਏ, ਪੋਲੀਸੈਕਰਾਈਡਸ ਆ ਗਏ, ਨਿਊਕਲਿਕ ਐਸਿਡ ਆ ਗਏ, ਬਟ ਮੈਂ ਲਿਪਿਡਸ ਦੀ ਗੱਲ ਨਹੀਂ ਕੀਤੀ। ਲਿਪਿਡਸ ਦੀ ਗੱਲ ਇਸ ਕਰਕੇ ਨਹੀਂ ਕੀਤੀ ਕਿਉਂਕਿ ਜਿਹੜੇ ਲਿਪਿਡਸ ਨੇ ਨਾ,
ਉਹਨਾਂ ਦਾ ਜਿਹੜਾ ਹੈਗਾ ਮੋਲੀਕੂਲਰ ਮਾਸ ਉਹ 800 ਡਾਲਟਨ ਤੋਂ ਵੱਧਦਾ ਨਹੀਂ। ਜਦੋਂ ਕਿ ਮੈਂ ਬਾਇਓ ਮੈਕਰੋ ਮੋਲੀਕਿਊਲਸ ਦੀ ਕੀ ਲਾਈ ਹੈ ਕੰਡੀਸ਼ਨ ਕਿ ਇਹਨਾਂ ਦਾ ਕੀ ਹੋਣਾ ਚਾਹੀਦਾ ਬੇਟਾ, ਉਹ 1000 ਡਾਲਟਨ ਤੋਂ ਜਿਹੜਾ ਹੈਗਾ ਉਹ ਜ਼ਿਆਦਾ ਹੋਣਾ ਚਾਹੀਦਾ ਹੈ। 1000 ਡਾਲਟਨ ਹੈ ਕਰੈਕਟ ਬੇਟਾ। ਤਾਂ ਇਸ ਤਰੀਕੇ ਨਾਲ ਬੇਟਾ ਇਹਨਾਂ ਦਾ ਮੋਲੀਕੂਲਰ ਮਾਸ 1000 ਡਾਲਟਨ ਤੋਂ ਘੱਟ ਹੋਣ ਕਰਕੇ ਇਹਨਾਂ ਨੂੰ ਮੈਂ ਡਾਇਰੈਕਟਲੀ ਉਸ ਕੈਟਾਗਰੀ 'ਚ ਤਾਂ ਨਹੀਂ ਲੈਂਦਾ। ਪਰ ਹੁੰਦਾ ਕੀ ਹੈ, ਇਹ ਜਿਹੜੇ ਆਪਣੇ ਕੋਲੇ ਲਿਪਿਡ ਮੋਲੀਕਿਊਲਸ ਨੇ ਇਹ ਇਕੱਠੇ ਹੋ ਕੇ ਰਹਿੰਦੇ ਆ, ਇਹ ਇਕੱਲੇ ਇਕੱਲੇ ਨਹੀਂ ਹੁੰਦੇ, ਜਿਹਦੇ ਨਾਲ ਕੀ ਹੈ ਇਹਨਾਂ ਦਾ ਮੋਲੀਕੂਲਰ ਮਾਸ ਕਾਫੀ ਜ਼ਿਆਦਾ ਵੱਧ ਜਾਂਦਾ ਹੈ। ਅਤੇ ਇਹ ਵੀ ਬੇਟਾ ਐਸਿਡ ਇਨਸੋਲੂਬਲ ਫ੍ਰੈਕਸ਼ਨ ਬਣਾਉਂਦੇ ਆ। ਜਿਵੇਂ ਕਿ ਆ ਤੁਹਾਡੇ ਕੋਲ ਪਲਾਜ਼ਮਾ ਮੈਂਬਰੇਨ ਦਾ ਸਟਰਕਚਰ ਬਣਾਇਆ ਹੋਇਆ ਹੈ, ਤੁਸੀਂ ਪਲਾਜ਼ਮਾ ਮੈਂਬਰੇਨ ਦਾ ਸਟਰਕਚਰ ਜਿਹੜਾ ਹੈਗਾ ਬੇਟਾ ਉਹ ਸਟੱਡੀ ਕੀਤਾ ਇਹ ਸੈੱਲ ਵਾਲੀ ਯੂਨਿਟ ਦੇ ਵਿੱਚ ਕਿ ਕੀ ਹੁੰਦੀ ਹੈ ਬੇਟਾ, ਇਹ ਫਾਸਫੋਲਿਪਿਡ ਬਾਈਲੇਅਰ ਹੁੰਦੀ ਹੈ, ਵਿੱਚ ਪ੍ਰੋਟੀਨਸ ਇੰਸਰਟ ਹੁੰਦੇ ਨੇ। ਤਾਂ ਇਹ ਜਿਹੜੀ ਫਾਸਫੋਲਿਪਿਡ ਬਾਈਲੇਅਰ ਹੈ ਸਾਰੇ ਲਿਪਿਡਸ ਇਕੱਠੇ ਹੁੰਦੇ ਨੇ, ਇਸ ਕਰਕੇ ਬੇਟਾ ਜਿਹੜਾ ਹੈਗਾ ਇਹ ਐਸਿਡ ਇਨਸੋਲੂਬਲ ਫ੍ਰੈਕਸ਼ਨ ਜਿਹੜਾ ਹੈਗਾ ਬੇਟਾ ਉਹ ਬਣਾ ਦਿੰਦੀਆਂ ਨੇ। ਇਸ ਕਰਕੇ ਇਹਨਾਂ ਨੂੰ ਜਿਹੜਾ ਐਸਿਡ ਸੋਲੂਬਲ ਫ੍ਰੈਕਸ਼ਨ ਦੇ ਵਿੱਚੋਂ ਫਿਲਟਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਕੱਠੇ ਹੋ ਕੇ ਰਹਿੰਦੇ ਨੇ ਸਾਰੇ ਮੋਲੀਕਿਊਲਸ। ਤਾਂ ਹੁਣ ਬੇਟਾ ਜੇ ਅਸੀਂ ਗੱਲ ਕਰੀਏ ਸੈੱਲ ਦੀ ਐਵਰੇਜ ਕੰਪੋਜੀਸ਼ਨ ਦੀ, ਜਿਸ ਤਰ੍ਹਾਂ ਇਹ ਸੈੱਲ ਹੈ ਸਾਨੂੰ ਪਤਾ ਇਹਦਾ ਸਟਰਕਚਰ ਕੀ ਹੁੰਦਾ ਹੈ। ਇਹਦਾ ਸਟਰਕਚਰ ਇੱਕ ਨਿਊਕਲੀਅਸ ਹੁੰਦਾ ਹੈ। ਨਿਊਕਲੀਅਸ ਦੇ ਅਰਾਊਂਡ ਜਿਹੜੀਆਂ ਆਰਗੈਨਲੀਜ਼ ਹੁੰਦੀਆਂ ਨੇ, ਜਿਹਦੇ ਵਿੱਚ ਬੇਟਾ ਸਾਡੇ ਕੋਲ ਜਿਹੜਾ ਹੈਗਾ ਮਾਈਟੋਕੌਂਡਰੀਆ ਆ ਜਾਂਦਾ ਹੈ, ਐਂਡੋਪਲਾਜ਼ਮਿਕ ਰੈਟੀਕੂਲਮ ਆ ਜਾਂਦਾ ਹੈ, ਲਾਈਸੋਸੋਮਸ ਆ ਜਾਂਦੇ ਨੇ। ਤਾਂ ਇਹ ਸਾਰੇ ਇਸ ਦੇ ਆਲੇ ਦੁਆਲੇ ਬੇਟਾ ਮੋਲੀਕਿਊਲਸ ਹੁੰਦੇ ਨੇ। ਬਟ ਜੇ ਅਸੀਂ ਇਹਨਾਂ ਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰੀਏ ਤਾਂ ਹਰ ਇੱਕ ਸੈੱਲ ਦੇ ਵਿੱਚ ਲਗਭਗ 70 ਤੋਂ 90% ਤਾਂ ਪਾਣੀ ਹੁੰਦਾ ਹੈ। 10 to 15% ਜਿਹੜੇ ਪ੍ਰੋਟੀਨਸ ਹੁੰਦੇ ਨੇ, ਜਿਹੜੇ ਇਹਦਾ ਸਟਰਕਚਰਲ ਕੰਪੋਨੈਂਟ ਨੇ। ਪ੍ਰੋਟੀਨ ਕਿਉਂਕਿ ਸੈੱਲ ਦਾ ਸਟਰਕਚਰ ਬਣਾਉਂਦੇ ਨੇ, ਇਸ ਕਰਕੇ ਸਾਡੀ ਬਾਡੀ ਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਕਿ ਸਾਡੀ ਬਾਡੀ ਦੇ ਸਟਰਕਚਰਲ ਕੰਪੋਨੈਂਟ ਕੀ ਨੇ, ਪ੍ਰੋਟੀਨਸ ਨੇ। ਅਤੇ ਨਾਲ ਨਾਲ ਬੇਟਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ, ਤੁਸੀਂ ਬਹੁਤ ਜਗ੍ਹਾ ਦੇ ਉੱਤੇ ਪੜ੍ਹਿਆ ਹੋਊਗਾ ਕਿ ਪ੍ਰੋਟੀਨਸ ਸਾਡੀ ਬਾਡੀ ਦਾ ਜਿਹੜਾ ਹੈਗਾ ਸਟਰਕਚਰਲ ਐਜ਼ ਵੈਲ ਐਜ਼ ਫੰਕਸ਼ਨਲ ਕੰਪੋਨੈਂਟ ਨੇ। ਫੰਕਸ਼ਨਲ ਕੰਪੋਨੈਂਟ ਇਸ ਤਰੀਕੇ ਨਾਲ ਬੇਟਾ ਕਿ ਜਿੰਨੇ ਵੀ ਸਾਡੇ ਜਿਵੇਂ ਇਮਿਊਨ ਸਿਸਟਮ ਆ ਗਿਆ ਉਹ 'ਚ ਐਂਟੀਬਾਡੀਜ਼ ਨੇ, ਉਹ ਪ੍ਰੋਟੀਨਸ ਹੁੰਦੇ ਨੇ। ਹਾਰਮੋਨ ਸਾਡੀ ਬਾਡੀ 'ਚ ਨੇ, ਬਾਈ ਨੇਚਰ ਕੀ ਨੇ, ਉਹ ਪ੍ਰੋਟੀਨਸ ਹੈਗੇ ਨੇ। ਇੰਜ਼ਾਈਮਸ ਨੇ, ਬਾਈ ਨੇਚਰ ਕੀ ਨੇ ਬੇਟਾ, ਉਹ ਪ੍ਰੋਟੀਨਸ ਨੇ। ਇਸ ਤਰ੍ਹਾਂ ਸਾਡੀ ਬਾਡੀ ਦੇ ਜ਼ਿਆਦਾਤਰ ਕੰਮ ਪ੍ਰੋਟੀਨ ਕਰਦੇ ਹੈ। ਪਰ ਸਾਡੀ ਬਾਡੀ ਦਾ ਸਟਰਕਚਰ ਕਾਹਦਾ ਬਣਿਆ ਹੋਇਆ ਹੈ, ਸੈੱਲਾਂ ਦਾ। ਅਤੇ ਹੁਣ ਸੈੱਲ ਦੇ ਵਿੱਚ ਵਾਟਰ ਤੋਂ ਬਾਅਦ ਦੇ ਵਿੱਚ ਦੂਸਰਾ ਮੇਨ ਕੰਪੋਨੈਂਟ ਕਿਹੜਾ ਆ ਰਿਹਾ ਸਾਡੇ ਕੋਲੇ, ਪ੍ਰੋਟੀਨ ਆ ਰਹੇ ਨੇ। ਇਸ ਕਰਕੇ ਪ੍ਰੋਟੀਨਸ ਸਾਡੀ ਬਾਡੀ ਦਾ ਸਟਰਕਚਰਲ ਕੰਪੋਨੈਂਟ ਵੀ ਨੇ। ਕਾਰਬੋਹਾਈਡਰੇਟਸ ਨੇ 3%, ਨਿਊਕਲਿਕ ਐਸਿਡ 5 to 7% ਅਤੇ ਬਾਕੀ ਆਇਨਸ ਹੈਗੇ ਨੇ। ਸੋ ਇਹ ਕੈਮੀਕਲ ਕੰਪੋਜੀਸ਼ਨ ਹੈ। ਇਸ ਕੈਮੀਕਲ ਕੰਪੋਜੀਸ਼ਨ ਦੇ ਵਿੱਚ ਬੇਟਾ ਸੈੱਲ ਦੀ ਕੰਪੋਜੀਸ਼ਨ 'ਚ ਅਸੀਂ ਦੇਖ ਰਹੇ ਹਾਂ ਕਿ 3 ਮੇਨ ਬਾਇਓ ਮੈਕਰੋ ਮੋਲੀਕਿਊਲਸ ਆ ਰਹੇ ਨੇ, ਪ੍ਰੋਟੀਨ, ਕਾਰਬੋਹਾਈਡਰੇਟਸ ਅਤੇ ਨਿਊਕਲਿਕ ਐਸਿਡ। ਸੋ ਅੱਜ ਦੇ ਚੈਪਟਰ 'ਚ ਅਸੀਂ ਇਕੱਲੇ ਇਹ ਬੇਟਾ ਟੌਪਿਕ ਦੇ ਵਿੱਚ ਪੜ੍ਹਾਂਗੇ, ਪ੍ਰੋਟੀਨ ਦੀ ਸਟੱਡੀ ਕਰਾਂਗੇ, ਫਿਰ ਕਾਰਬੋਹਾਈਡਰੇਟਸ ਦੀ ਅਤੇ ਫਿਰ ਨਿਊਕਲਿਕ ਐਸਿਡ ਦੀ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਬੇਟਾ ਅਸੀਂ ਆਪਣੀ ਗੱਲ ਸਟਾਰਟ ਕਰਦੇ ਹਾਂ ਪ੍ਰੋਟੀਨਸ ਤੋਂ। ਪ੍ਰੋਟੀਨਸ ਕੀ ਨੇ? ਦੀਜ਼ ਆਰ ਦਾ ਪੋਲੀਮਰਸ ਆਫ ਅਮਾਈਨੋ ਐਸਿਡਸ। ਹੁਣ ਕੀ ਜਿਹੜੇ ਅਮਾਈਨੋ ਐਸਿਡਸ ਕੰਬਾਈਨ ਕਰ ਰਹੇ ਨੇ ਉਹ ਸਾਰੇ ਇੱਕੋ ਜਿਹੇ ਹੁੰਦੇ ਆ? ਇਹ ਬੇਟਾ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਸਾਡੇ ਕੋਲ 20 ਅਮਾਈਨੋ ਐਸਿਡਸ ਹੈਗੇ ਹੈ। ਤਾਂ ਇਹਦਾ ਮਤਲਬ ਇੱਕ ਅਮਾਈਨੋ ਐਸਿਡ ਜਿਹੜਾ ਦੂਸਰੇ ਨਾਲ ਕੰਬਾਈਨ ਕਰ ਰਿਹਾ ਉਹ ਡੈਫੀਨੇਟ ਜੀ ਗੱਲ ਹੈ ਕਿ ਅਲੱਗ-ਅਲੱਗ ਤਰ੍ਹਾਂ ਦੇ ਹੋ ਸਕਦੇ ਨੇ। ਉਸੇ ਬੇਸ 'ਤੇ ਹੀ ਤਾਂ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਟੀਨਸ ਬਣਨਗੇ। ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਪ੍ਰੋਟੀਨਸ ਆਰ ਹੈਟਰੋਪੋਲੀਮਰਸ ਆਫ ਅਮਾਈਨੋ ਐਸਿਡ। ਅਮਾਈਨੋ ਐਸਿਡ ਦੇ ਕੀ ਨੇ? ਇਹ ਹੈਟਰੋਪੋਲੀਮਰਸ ਨੇ। ਇਹ ਪੋਲੀਪੈਪਟਾਈਡਸ ਨੇ, ਦੈਟ ਇਜ਼ ਜਿਹੜੇ ਆਪਣੇ ਕੋਲ ਅਮਾਈਨੋ ਐਸਿਡ ਦੀ ਜਿਹੜੀ ਲੀਨੀਅਰ ਚੇਨ ਹੈ ਕਿ ਜਿਹੜੇ ਅਮਾਈਨੋ ਐਸਿਡ ਇੱਕ ਦੂਜੇ ਨਾਲ ਕੰਬਾਈਨ ਕਰਦੇ, ਕਿਹੜੀ ਲਿੰਕੇਜ ਨਾਲ ਜੁੜਦੇ ਆ ਬੇਟਾ? ਉਹ ਪੈਪਟਾਈਡ ਲਿੰਕੇਜ ਹੈ। ਹੁਣ ਪੈਪਟਾਈਡ ਲਿੰਕੇਜ ਕੀ ਹੁੰਦੀ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿਸ ਤਰ੍ਹਾਂ ਬੇਟਾ ਮੈਂ ਤੁਹਾਨੂੰ ਅਮਾਈਨੋ ਐਸਿਡ ਦਾ ਸਟਰਕਚਰ ਪਹਿਲਾਂ ਦੱਸਿਆ ਸੀ, ਉਹਦੇ ਵਿੱਚ ਮੈਂ ਤੁਹਾਨੂੰ ਦੱਸੀ ਸੀ ਗੱਲ ਕਿ ਇੱਕ ਆਪਣੇ ਕੋਲ ਕਾਰਬਨ ਐਟਮ ਹੈ, ਉਸ ਕਾਰਬਨ ਐਟਮ ਦੇ ਨਾਲ ਇੱਕ ਸਾਈਡ 'ਤੇ ਅਲਕਾਇਲ ਗਰੁੱਪ ਲੱਗਿਆ ਹੋਇਆ ਹੈ, ਦੂਸਰਾ ਸਾਡੇ ਕੋਲ ਕੀ ਹੈ ਬੇਟਾ ਇੱਧਰ ਹਾਈਡਰੋਜਨ ਹੈ, ਤੀਸਰਾ ਸਾਡੇ ਕੋਲ ਕੀ ਹੈ ਕਾਰਬਨ ਡਬਲ ਬੌਂਡ ਆਕਸੀਜਨ ਹਾਈਡਰੋਕਸਲ ਗਰੁੱਪ ਹੈ। ਦੈਨ ਆਪਣੇ ਕੋਲ ਕੀ ਆ ਗਿਆ NH2 ਗਰੁੱਪ ਆ ਗਿਆ। NH2 ਗਰੁੱਪ ਜਿਹੜਾ ਹੈਗਾ ਬੇਟਾ ਕੀ ਹੈ ਸਾਡੇ ਕੋਲ ਅਮਾਈਨੋ ਗਰੁੱਪ ਆ ਗਿਆ NH2। ਤਾਂ ਇਸ ਨੂੰ ਮੈਂ ਬੇਟਾ ਜਿਹੜਾ ਹੈਗਾ ਓਪਨ ਕਰਕੇ ਇਸ ਤਰੀਕੇ ਨਾਲ ਲਿਖਦਾ ਕਾਰਬਨ ਦੇ ਨਾਲ ਇੱਧਰ ਬੇਟਾ ਅਲਕਾਇਲ ਹਾਈਡਰੋਜਨ। ਤਾਂ ਇੱਥੇ ਜਿਹੜਾ ਹੈਗਾ ਮੈਂ ਅਮਾਈਨੋ ਗਰੁੱਪ ਇਸ ਸਾਈਡ 'ਤੇ ਲੈ ਰਿਹਾ ਨਾਈਟ੍ਰੋਜਨ ਹਾਈਡਰੋਜਨ ਹਾਈਡਰੋਜਨ ਅਮਾਈਨੋ ਗਰੁੱਪ। ਇੱਧਰ ਕਾਰਬੋਕਸਿਲ ਗਰੁੱਪ ਹੈ C ਡਬਲ ਬੌਂਡ ਆਕਸੀਜਨ ਹਾਈਡਰੋਕਸਲ ਗਰੁੱਪ। ਅਤੇ ਨਾਲ ਇੱਕ ਹੋਰ ਜਿਹੜਾ ਹੈਗਾ ਬੇਟਾ ਮੈਂ ਲੈ ਰਿਹਾ ਇਹ 'ਚ ਕਾਰਬਨ ਆ ਗਈ, ਇੱਧਰ ਜਿਹੜਾ ਨਾਈਟ੍ਰੋਜਨ ਹਾਈਡਰੋਜਨ ਅਮਾਈਨੋ ਗਰੁੱਪ, ਇੱਧਰ ਇਹਦਾ ਅਲਕਾਇਲ ਗਰੁੱਪ ਹਾਈਡਰੋਜਨ ਗਰੁੱਪ, ਅਤੇ ਇਹ ਬੇਟਾ ਆ ਗਿਆ ਆਪਣੇ ਕੋਲ ਕਾਰਬੋਕਸਿਲ ਗਰੁੱਪ। ਤਾਂ ਹੁਣ ਹੋਏਗਾ ਕਿ ਇੱਕ ਜਿਹੜਾ ਹੈਗਾ ਆਪਣੇ ਕੋਲ ਬੇਟਾ ਅਮਾਈਨੋ ਐਸਿਡ ਇਹਦਾ ਇਹ ਹਾਈਡਰੋਕਸਲ ਗਰੁੱਪ ਅਤੇ ਦੂਸਰੇ ਅਮਾਈਨੋ ਐਸਿਡ ਦੇ ਅਮਾਈਨੋ ਦੀ ਹਾਈਡਰੋਜਨ ਇਹ ਐਲੀਮੀਨੇਟ ਹੋ ਜਾਣੀ ਹੈ। ਜਦੋਂ ਬੇਟਾ ਇੱਥੇ ਐਲੀਮੀਨੇਟ ਹੋ ਜਾਣੀ ਹੈ ਤਾਂ ਸਾਡੇ ਕੋਲ ਬੌਂਡ ਬਣ ਜਾਏਗਾ
ਕਾਰਬਨ, ਡਬਲ ਬੌਂਡ ਆਕਸੀਜਨ, ਇੱਥੇ ਕੀ ਆ ਗਿਆ ਬੇਟਾ ਨਾਈਟ੍ਰੋਜਨ ਹਾਈਡਰੋਜਨ। ਤਾਂ ਇਸ ਤਰੀਕੇ ਨਾਲ ਜਿਹੜਾ ਇਹ ਬੌਂਡ ਬਣ ਗਿਆ ਕਾਰਬਨ ਤੇ ਨਾਈਟ੍ਰੋਜਨ ਦੇ ਵਿੱਚ ਜਿਹੜਾ ਬੌਂਡ ਬਣ ਗਿਆ, ਇਸ ਬੌਂਡ ਨੂੰ ਅਸੀਂ ਕਿਹੜਾ ਬੌਂਡ ਕਹਾਂਗੇ ਬੇਟਾ ਪੈਪਟਾਈਡ ਬੌਂਡ। ਇਸ ਨੂੰ ਇੱਥੇ ਤੁਹਾਡੇ ਦਿੱਤਾ ਵੀ ਹੋਇਆ ਸਾਹਮਣੇ ਸਕਰੀਨ ਦੇ ਉੱਤੇ, ਤੁਸੀਂ ਥੋੜ੍ਹਾ ਜਿਹਾ ਇਸ ਨੂੰ ਧਿਆਨ ਨਾਲ ਜੇ ਵੇਖੋਗੇ CONH ਬੌਂਡ ਜਿਹੜਾ ਹੈਗਾ ਬੇਟਾ ਤੁਹਾਡੇ ਕੋਲ ਬਣਿਆ ਹੋਇਆ। ਜਿਸ ਤਰ੍ਹਾਂ ਇਹ ਆਪਣੇ ਕੋਲ ਇੱਕ ਅਮਾਈਨੋ ਗਰੁੱਪ ਹੈ, ਇਹਦਾ ਇਹ ਅਮਾਈਨੋ ਗਰੁੱਪ ਹੈ, ਇਹ ਕਾਰਬੋਕਸਿਲੋ ਗਰੁੱਪ ਹੈ। ਇਸੇ ਤਰੀਕੇ ਨਾਲ ਹੀ ਬੇਟਾ ਆਪਣੇ ਕੋਲ ਦੂਸਰਾ ਅਮਾਈਨੋ ਐਸਿਡ ਹੈ, ਇਹਦਾ ਇਹ ਅਮਾਈਨੋ ਗਰੁੱਪ ਹੈ ਤੇ ਇਹਦਾ ਕਾਰਬੋਕਸਿਲੋ ਗਰੁੱਪ ਹੈ। ਇੱਕ ਦਾ ਅਮਾਈਨੋ ਦੂਸਰੇ ਦੇ ਕਾਰਬੋਕਸਿਲੋ ਗਰੁੱਪ ਨਾਲ ਜਦੋਂ ਕੰਬਾਈਨ ਕਰਦਾ ਵਿਦ ਐਲੀਮੀਨੇਸ਼ਨ ਆਫ ਵਾਟਰ ਮੋਲੀਕਿਊਲ, ਤਾਂ ਸਾਡੇ ਕੋਲ ਜਿਹੜਾ ਬੇਟਾ ਇੱਥੇ ਬੌਂਡ ਬਣ ਰਿਹਾ CONH ਬੌਂਡ। ਦਿਸ ਬੌਂਡ ਇਜ਼ ਕਾਲਡ ਪੈਪਟਾਈਡ ਬੌਂਡ। ਇਸ ਨੂੰ ਅਸੀਂ ਪੈਪਟਾਈਡ ਲਿੰਕੇਜ ਬੋਲ ਦਿੰਦੇ ਹਾਂ। ਤਾਂ ਪੈਪਟਾਈਡ ਲਿੰਕੇਜ ਦੇ ਨਾਲ ਬੇਟਾ ਜਿਹੜੀ ਹੈਗੀ ਇਹ ਸਾਡੇ ਕੋਲ ਚੇਨ ਬਣ ਜੂਗੀ। ਦੋ ਅਮਾਈਨੋ ਐਸਿਡ ਕੰਬਾਈਨ ਕੀਤੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਡਾਈਪੈਪਟਾਈਡ ਬਣ ਗਿਆ। ਇਸੇ ਤਰੀਕੇ ਨਾਲ ਆਪਣੇ ਕੋਲੇ ਟਰਾਈਪੈਪਟਾਈਡ ਹੋ ਗਿਆ ਬੇਟਾ। ਇਸ ਤਰੀਕੇ ਨਾਲ ਜਿਹੜੇ ਹੈਗੇ ਨੇ ਨੰਬਰ ਆਫ ਜਦੋਂ ਆਪਣੇ ਕੋਲੇ ਅਮਾਈਨੋ ਐਸਿਡ ਵੱਧਦੇ ਜਾਣਗੇ ਪੋਲੀਪੈਪਟਾਈਡ ਬਣ ਜੂਗਾ ਤੇ ਉਸ ਪੋਲੀਪੈਪਟਾਈਡ ਚੇਨ ਨੂੰ ਹੀ ਅਸੀਂ ਕੀ ਕਹਿ ਦਾਂਗੇ ਪ੍ਰੋਟੀਨ ਕਹਾਂਗੇ। ਇਹਦਾ ਮਤਲਬ ਪ੍ਰੋਟੀਨਸ ਕੀ ਨੇ? ਦੀਜ਼ ਆਰ ਦਾ ਪੋਲੀਮਰਸ ਆਫ ਅਮਾਈਨੋ ਐਸਿਡ, ਹੈਟਰੋਪੋਲੀਮਰਸ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਕੋਲੇ ਅਮਾਈਨੋ ਐਸਿਡ ਲੱਗੇ ਨੇ। ਸੋ ਪੈਪਟਾਈਡ ਬੌਂਡ ਇਜ਼ ਫਾਰਮਡ ਵੈਨ carboxylic group of one amino acid react with amino group of next amino acid। ਇੱਕ ਦਾ ਕਾਰਬੋਕਸਿਲਿਕ ਦੂਸਰੇ ਦਾ ਅਮਾਈਨੋ ਗਰੁੱਪ ਕੰਬਾਈਨ ਕਰਦੇ ਨੇ ਤਾਂ ਇੱਕ ਵਾਟਰ ਮੋਲੀਕੂਲ ਰਿਲੀਜ਼ ਹੋ ਜਾਂਦਾ, ਡੀਹਾਈਡਰੇਸ਼ਨ ਹੋ ਜਾਂਦੀ ਹੈ, ਤਾਂ ਸਾਡੇ ਕੋਲ ਕੀ ਬਣ ਜਾਂਦੇ ਨੇ ਬੇਟਾ ਪੈਪਟਾਈਡ ਬੌਂਡ ਬਣ ਜਾਂਦਾ। ਸੋ ਇਸ ਤਰੀਕੇ ਨਾਲ ਦਿਖਾਇਆ ਹੋਇਆ ਦੇਖੋ ਕਿਸ ਤਰ੍ਹਾਂ ਚੇਨ ਆਫ ਅਮਾਈਨੋ ਐਸਿਡ ਨੇ ਉਹ ਕੰਬਾਈਨ ਕੀਤੇ ਹੋਏ ਨੇ ਤੇ ਇੱਕ ਲੰਬੀ ਚੇਨ ਜਿਹੜੀ ਬਣ ਜਾਂਦੀ ਹੈ। ਬਟ ਇਸ ਚੇਨ ਦੇ ਵਿੱਚ ਤੁਸੀਂ ਦੇਖੋਗੇ ਇੱਕ ਸਾਈਡ ਦੇ ਉੱਤੇ ਸਾਡੇ ਕੋਲ ਕਾਰਬਨ ਐਂਡ ਹੈ ਤੇ ਇੱਕ ਸਾਈਡ ਦੇ ਉੱਤੇ ਕਿਹੜਾ ਬੇਟਾ ਨਾਈਟ੍ਰੋਜਨ ਦਾ ਐਂਡ ਹੈਗਾ। ਤਾਂ ਹੁਣ ਜਿਹੜੇ ਪ੍ਰੋਟੀਨਸ ਨੇ ਐਜ਼ ਆਈ ਹੈਵ ਆਲਰੇਡੀ ਐਕਸਪਲੇਨਡ ਥੀਸ ਆਰ ਸਟਰਕਚਰਲ ਐਜ਼ ਵੈਲ ਐਜ਼ ਦਾ ਫੰਕਸ਼ਨਲ ਕੰਪੋਨੈਂਟਸ। ਤਾਂ ਹੁਣ ਇਹ ਫੰਕਸ਼ਨਲ ਕੰਪੋਨੈਂਟ ਕਿਵੇਂ ਨੇ ਸਾਡੀ ਬਾਡੀ ਦਾ, ਸਾਡੀ ਬਾਡੀ ਲਈ ਕਿਹੜੇ ਕੰਮ ਪ੍ਰੋਟੀਨ ਕਰ ਰਹੇ ਨੇ, ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪ੍ਰੋਟੀਨਸ ਜਿਹੜੇ ਹੈਗੇ ਨੇ ਬੇਟਾ ਥੀਸ ਆਰ ਰਿਕੁਆਇਰਡ ਫਾਰ ਗਰੋਥ ਐਂਡ ਟਿਸ਼ੂ ਰਿਪੇਅਰ। ਸਾਡੀ ਬਾਡੀ ਦੀ ਗਰੋਥ ਦੇ ਲਈ ਪ੍ਰੋਟੀਨਸ ਦੀ ਸਾਨੂੰ ਜ਼ਰੂਰਤ ਪੈਂਦੀ ਹੈ। ਅਸੀਂ ਪ੍ਰੋਟੀਨ ਡਾਈਟ ਲੈਂਦੇ ਹਾਂ। ਗਰੋਇੰਗ ਏਜ ਦੇ ਵਿੱਚ ਬੱਚਿਆਂ ਨੂੰ ਕਿਹੜੀ ਡਾਈਟ ਦਿੱਤੀ ਜਾਂਦੀ? ਪ੍ਰੋਟੀਨ ਡਾਈਟ ਦਿੱਤੀ ਜਾਂਦੀ ਹੈ ਕਿਉਂਕਿ ਪ੍ਰੋਟੀਨ ਜਿਹੜੇ ਹੈਗੇ ਨੇ ਸਾਡੀ ਬਾਡੀ ਦੀ ਗਰੋਥ ਦੇ ਵਿੱਚ ਹੈਲਪ ਕਰਦੇ ਨੇ। ਇਹ ਕੀ ਕਰਦੇ ਨੇ ਬੇਟਾ ਸੈੱਲ ਮੈਂਬਰੇਨ ਦੇ ਅਕ੍ਰੋਸ ਜਿਹੜੀ ਟਰਾਂਸਪੋਰਟੇਸ਼ਨ ਹੁੰਦੀ ਹੈ, ਇਹ ਟਰਾਂਸਪੋਰਟੇਸ਼ਨ ਦੇ ਪੁਆਇੰਟ ਨੂੰ ਸਮਝਣ ਦੇ ਲਈ ਤੁਸੀਂ ਥੋੜ੍ਹਾ ਜਿਹਾ ਪਲਾਜ਼ਮਾ ਮੈਂਬਰੇਨ ਦੇ ਸਟਰਕਚਰ ਦੇ ਉੱਤੇ ਜਾਓ। ਮੈਂ ਤੁਹਾਨੂੰ ਇੱਥੇ ਪਿੱਛੇ ਪਲਾਜ਼ਮਾ ਮੈਂਬਰੇਨ ਦਾ ਸਟਰਕਚਰ ਦਿਖਾਇਆ ਹੈ। ਦੇਖੋ ਇਸ ਪਲਾਜ਼ਮਾ ਮੈਂਬਰੇਨ ਦੇ ਸਟਰਕਚਰ 'ਚ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਫਾਸਫੋਲਿਪਿਡ ਬਾਈਲੇਅਰ ਹੈ ਉਹਦੇ ਵਿੱਚ ਕਿਤੇ ਕਿਤੇ ਬੇਟਾ ਪ੍ਰੋਟੀਨਸ ਨੇ, ਟਨਲ ਪ੍ਰੋਟੀਨਸ ਨੇ ਜਿਹੜੇ ਕੈਰੀਅਰ ਦਾ ਕੰਮ ਕਰਦੇ ਨੇ। ਕੈਰੀਅਰ ਦਾ ਕੰਮ ਕੀ ਹੈ? ਮਤਲਬ ਕਿ ਟਰਾਂਸਪੋਰਟੇਸ਼ਨ ਆਫ ਮਟੀਰੀਅਲ ਜਿਹੜਾ ਹੈਗਾ ਬੇਟਾ ਉਹ ਇਹਨਾਂ ਪ੍ਰੋਟੀਨਸ ਦੇ ਥਰੂ ਹੁੰਦਾ ਅਕ੍ਰੋਸ ਦਾ ਸੈੱਲ ਮੈਂਬਰੇਨ। ਤਾਂ ਇਹ ਇਸ ਦਾ ਦੂਸਰਾ ਇੰਪੋਰਟੈਂਟ ਫੰਕਸ਼ਨ ਆ ਗਿਆ। ਦੈਨ ਬੇਟਾ ਇਹ ਇੰਟਰਸੈਲੂਲਰ ਗਰਾਊਂਡ ਸਬਸਟੈਂਸ ਜਿਹੜਾ ਹੈਗਾ ਆਪਣੇ ਕੋਲ ਸੈੱਲ ਮੇਨ ਬਾਡੀ ਦੇ ਵਿੱਚ ਗਰਾਊਂਡ ਸਬਸਟੈਂਸ ਕੋਲੇਜਨ ਜਿਸ ਤਰ੍ਹਾਂ ਹੈਗਾ ਉਹ ਬਣਾਉਂਦੇ ਹੈ। ਐਂਟੀਬਾਡੀਜ਼ ਦਾ ਕੰਮ ਕਰਦੇ, ਜਿਵੇਂ ਮੈਂ ਤੁਹਾਨੂੰ ਇਮਿਊਨ ਸਿਸਟਮ ਸਾਡਾ ਦੱਸਿਆ ਕਿ ਉਹ ਐਂਟੀਬਾਡੀ ਸਾਰੀਆਂ ਕੀ ਨੇ ਬਾਈ ਨੇਚਰ ਥੀਸ ਆਰ ਪ੍ਰੋਟੀਨਸ। ਇਹ ਸਮੈਲ ਟੇਸਟ ਤੇ ਜਿਹੜੇ ਹਾਰਮੋਨਸ ਨੇ ਉਹਨਾਂ ਦੇ ਲਈ ਰਿਸੈਪਟਰ ਦਾ ਕੰਮ ਕਰਦੇ ਨੇ। ਹਾਰਮੋਨਸ ਵੀ ਮੈਂ ਤੁਹਾਨੂੰ ਦੱਸਿਆ ਬੇਟਾ ਐਂਜ਼ਾਈਮਸ ਜਿਹੜੇ ਹੈਗੇ ਨੇ, ਪਿਗਮੈਂਟਸ ਜਿਹੜੇ ਹੈਗੇ ਨੇ ਉਹ ਸਾਰੇ ਕੀ ਨੇ ਬਾਈ ਨੇਚਰ ਥੀਸ ਆਰ ਪ੍ਰੋਟੀਨਸ। ਇਹਦਾ ਮਤਲਬ ਜਿਹੜੇ ਪ੍ਰੋਟੀਨਸ ਨੇ ਸਾਡੀ ਬਾਡੀ ਦਾ ਇੰਪੋਰਟੈਂਟ ਫੰਕਸ਼ਨਲ ਕੰਪੋਨੈਂਟ ਨੇ। ਸਾਡੀ ਬਾਡੀ ਦੇ ਜ਼ਿਆਦਾਤਰ ਕੰਮ ਜਿਹੜੇ ਹੈਗੇ ਨੇ ਬੇਟਾ ਇਸ ਤਰੀਕੇ ਨਾਲ ਪ੍ਰੋਟੀਨਸ ਕਰਦੇ ਆ। ਤਾਂ ਯਾਦ ਰੱਖਣ ਲਈ ਜਿਸ ਤਰ੍ਹਾਂ ਇਨਸੂਲਿਨ ਹੈ, ਦੈਨ ਟ੍ਰਿਪਸਿਨ ਹੈ, ਹੀਮੋਗਲੋਬਿਨ ਹੈ, ਇਹ ਸਾਰੇ ਕੀ ਨੇ ਪ੍ਰੋਟੀਨ ਨੇਚਰ ਦੇ ਹੈਗੇ ਆ। ਤਾਂ ਹੁਣ ਜਿਹੜਾ ਸਾਡੀ ਬਾਡੀ ਦੇ ਵਿੱਚ ਸਾਡੇ ਐਨੀਮਲ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਅਬੰਡੈਂਟ ਜਿਹੜਾ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਣ ਵਾਲਾ ਜਿਹੜਾ ਪ੍ਰੋਟੀਨ ਹੈ ਦੈਟ ਇਜ਼ ਕੋਲੇਜਨ। ਯਾਦ ਰੱਖਣਾ। ਤੇ ਜੇ ਬੇਟਾ ਅਸੀਂ ਗੱਲ ਕਰੀਏ ਬਾਇਓਸਫੀਅਰ ਦੇ ਵਿੱਚ, ਇਹ ਤਾਂ ਐਨੀਮਲ ਵਰਲਡ ਦੇ ਵਿੱਚ ਹੋ ਗਿਆ ਨਾ। ਜੇ ਅਸੀਂ ਬਾਇਓਸਫੀਅਰ ਦੀ ਗੱਲ ਕਰੀਏ, ਬਾਇਓਸਫੀਅਰ ਦੇ ਵਿੱਚ ਸਭ ਤੋਂ ਜ਼ਿਆਦਾ ਮਾਤਰਾ 'ਚ ਪਾਇਆ ਜਾਣ ਵਾਲਾ ਜਿਹੜਾ ਹੈਗਾ ਉਹ ਰੂਬਿਸਕੋ, ਰਾਈਬੂਲੋਜ਼, ਬਾਇਓਫਾਸਫੇਟ, ਕਾਰਬੋਕਸੀਲੇਜ਼, ਆਕਸੀਜਨੇਜ਼। ਇਹ ਨਾਮ ਜਿਹੜਾ ਹੈਗਾ ਬੇਟਾ ਇਹ ਤੁਹਾਨੂੰ ਜਿਵੇਂ ਹੀ ਤੁਸੀਂ ਆਪਣੇ ਫੋਟੋਸਿੰਥਸਿਸ ਵਾਲੇ ਚੈਪਟਰ ਦੇ ਉੱਤੇ ਜਾਓਗੇ ਤਾਂ ਉੱਥੇ ਬੇਟਾ ਜਿਹੜੇ ਹੈਗੇ ਨੇ ਤੁਹਾਨੂੰ ਕਲੀਅਰ ਹੋ ਜਾਣਗੇ। ਸੈੱਲ ਦੇ ਇਸੀ ਸਟਰਕਚਰ ਤੋਂ ਬਾਅਦ ਸੈੱਲ ਫਿਜ਼ੀਓਲੋਜੀ ਪੜ੍ਹਾਂਗੇ ਤਾਂ ਉਦੋਂ ਬੇਟਾ ਜਿਹੜੇ ਐਂਜ਼ਾਈਮਸ ਜਿਹੜੇ ਹੈਗੇ ਨੇ ਅਸੀਂ ਰੈਸਪੀਰੇਸ਼ਨ, ਫੋਟੋਸਿੰਥਸਿਸ ਪੜ੍ਹਾਂਗੇ, ਉੱਥੇ ਇਹ ਤੁਹਾਨੂੰ ਪਤਾ ਲੱਗ ਜਾਏਗਾ ਬੇਟਾ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰੋਟੀਨ ਦੇ ਸਟਰਕਚਰ ਦੀ ਕਿ ਪ੍ਰੋਟੀਨ ਦਾ ਆਪਣਾ ਸਟਰਕਚਰ ਕਿਸ ਤਰ੍ਹਾਂ ਦਾ ਹੈ। ਸਿੱਧੀ ਗੱਲ ਇੱਕ ਵਾਰ ਤਾਂ ਕਲੀਅਰ ਹੋ ਗਈ ਕਿ ਪ੍ਰੋਟੀਨ ਕਾਹਦੇ ਬਣਦੇ ਨੇ? ਅਮਾਈਨੋ ਐਸਿਡਸ ਦੇ। ਅਮਾਈਨੋ ਐਸਿਡਸ ਦੀ ਇੱਕ ਚੇਨ ਬਣ ਜਾਏਗੀ, ਇੱਕ ਅਮਾਈਨੋ ਐਸਿਡ, ਦੂਸਰਾ, ਤੀਸਰਾ, ਚੌਥਾ, ਤੇ ਇਹਨਾਂ ਸਾਰਿਆਂ ਦੇ ਵਿੱਚ ਆ ਬੌਂਡ ਕਿਹੜੇ ਬਣੇ ਹੋਏ ਨੇ? ਥੀਸ ਆਰ ਪੈਪਟਾਈਡ ਬੌਂਡਸ। ਤਾਂ ਪੈਪਟਾਈਡ ਬੌਂਡਸ ਦੇ ਨਾਲ ਬੇਟਾ ਸਾਡੇ ਕੋਲੇ ਇੱਕ ਪੈਪਟਾਈਡ ਚੇਨ ਬਣ ਗਈ, ਇੱਕ ਪ੍ਰੋਟੀਨ ਬਣ ਗਿਆ।
ਤਾਂ ਉਸ ਪ੍ਰੋਟੀਨ ਦਾ ਸਟਰਕਚਰ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਹੋਏਗਾ, ਪ੍ਰਾਇਮਰੀ ਸਟਰਕਚਰ, ਸੈਕੰਡਰੀ ਸਟਰਕਚਰ, ਟਰਸ਼ਰੀ ਸਟਰਕਚਰ, ਕੁਆਟਰਨਰੀ ਸਟਰਕਚਰ, ਕਿਉਂਕਿ ਉਹ ਤਾਂ ਇੱਕ ਬੇਸਿਕ ਚੇਨ ਬਣ ਗਈ, ਸਿੱਧੀ ਚੇਨ ਬਣ ਗਈ। ਉਹ ਚੇਨ ਕਿਵੇਂ ਆਪਣੇ ਆਪ ਨੂੰ ਅੱਗੇ ਚੇਂਜਸ ਲੈ ਕੇ ਆਉਂਦੀ ਹੈ, ਤਾਂ ਉਸ ਬੇਸ 'ਤੇ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ ਅਤੇ ਕੁਆਟਰਨਰੀ ਸਟਰਕਚਰ ਹੈਗੇ ਹੈ। ਸਭ ਤੋਂ ਪਹਿਲਾਂ ਬੇਟਾ ਅਸੀਂ ਜਿਹੜਾ ਪ੍ਰਾਇਮਰੀ ਸਟਰਕਚਰ ਦੀ ਗੱਲ ਕਰਦੇ ਹਾਂ। ਇਹਦਾ ਪ੍ਰਾਇਮਰੀ ਸਟਰਕਚਰ ਬਿਲਕੁਲ ਇੱਕ ਸਟ੍ਰੇਟ ਚੇਨ ਹੈ। ਇਟ ਡਿਸਕ੍ਰਾਈਬਸ ਦ ਸੀਕੁਐਂਸ ਆਫ ਅਮਾਈਨੋ ਐਸਿਡ। ਇਹਦੇ ਵਿੱਚ ਤਾਂ ਅਮਾਈਨੋ ਐਸਿਡ ਦੀ ਸੀਕੁਐਂਸ ਹੈ। ਦੇਖੋ ਅਮਾਈਨੋ ਐਸਿਡ ਇੱਕ ਦੂਜੇ ਨਾਲ ਕੰਬਾਈਨ ਕੀਤੇ ਨੇ, ਅਲੱਗ-ਅਲੱਗ ਕਲਰਸ ਇਸ ਕਰਕੇ ਦਿਖਾਏ ਹੈ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਹੈਟਰੋਪੋਲੀਮਰ ਹੈ, ਅਲੱਗ-ਅਲੱਗ ਤਰ੍ਹਾਂ ਦੇ ਅਮਾਈਨੋ ਐਸਿਡਸ ਇੱਕ ਦੂਜੇ ਨਾਲ ਜੁੜੇ ਹੋਏ ਆ। ਤਾਂ ਇਹ ਆਪਣੇ ਕੋਲੇ ਪੈਪਟਾਈਡ ਬੌਂਡ ਹੈ, ਪੈਪਟਾਈਡ ਬੌਂਡ ਹੈ, ਪੈਪਟਾਈਡ ਬੌਂਡ ਹੈ, ਪੈਪਟਾਈਡ ਬੌਂਡ ਹੈ। ਤਾਂ ਪੈਪਟਾਈਡ ਬੌਂਡ ਦੇ ਨਾਲ ਕੰਬਾਈਨ ਕਰ ਗਏ। ਤਾਂ ਜਦੋਂ ਇਹ ਸਾਰੀ ਚੇਨ ਬਣ ਗਈ, ਇਟ ਡਿਸਕ੍ਰਾਈਬਸ ਦ ਸੀਕੁਐਂਸ ਆਫ ਅਮਾਈਨੋ ਐਸਿਡ। ਅਮਾਈਨੋ ਐਸਿਡ ਦੀ ਇੱਕ ਸੀਕੁਐਂਸ ਆ ਗਈ, ਪੋਜੀਸ਼ਨਲ ਇਨਫੋਰਮੇਸ਼ਨ ਆ ਗਈ ਪ੍ਰੋਟੀਨ ਦੇ ਵਿੱਚ। ਲੈਫਟ ਹੈਂਡ ਦੇ ਉੱਤੇ ਜਿਹੜਾ ਹੈਗਾ ਸਾਡੇ ਕੋਲੇ ਪਹਿਲਾ ਅਮਾਈਨੋ ਐਸਿਡ ਹੈਗਾ, ਉਹ ਐਨ ਟਰਮੀਨਲ ਹੈ। ਰਾਈਟ ਹੈਂਡ ਦੇ ਉੱਤੇ ਲਾਸਟ ਅਮਾਈਨੋ ਐਸਿਡ ਜਿਹੜਾ ਹੈਗਾ ਉਹ ਸੀ ਟਰਮੀਨਲ ਹੈ। ਐਨ ਟਰਮੀਨਲ ਮਤਲਬ ਕਿ ਅਮਾਈਨੋ ਗਰੁੱਪ ਇਸ ਦਾ ਬਣਿਆ ਹੋਇਆ, ਸੀ ਟਰਮੀਨਲ ਕਾਰਬੋਕਸਿਲ ਗਰੁੱਪ ਦਾ ਹੈਗਾ। ਓਪਨ ਹੋ ਗਿਆ ਨਾ, ਇੱਕ ਸਾਈਡ ਤੋਂ ਚੇਨ ਜਿਹੜੀ ਨਾਈਟ੍ਰੋਜਨ ਐਂਡ ਤੋਂ ਓਪਨ ਹੋ ਗਈ, ਦੂਸਰੀ ਸਾਈਡ ਤੋਂ ਕਾਰਬੋਕਸਿਲਿਕ ਐਂਡ ਤੋਂ ਓਪਨ ਹੋ ਗਈ। ਤਾਂ ਇਹ ਦੋ ਇਸ ਤਰੀਕੇ ਨਾਲ ਇਸ ਦੇ ਜਿਹੜੇ ਹੈਗੇ ਨੇ ਅਸੀਂ ਕਹਿ ਸਕਦੇ ਕਿ ਐਂਡ ਹੋ ਗਏ, ਇੱਕ ਐਨ ਟਰਮੀਨਲ ਹੋ ਗਿਆ ਅਤੇ ਇੱਕ ਸੀ ਟਰਮੀਨਲ। ਇਸ ਤੋਂ ਬਾਅਦ 'ਚ ਅਸੀਂ ਗੱਲ ਕਰਦੇ ਹਾਂ ਸੈਕੰਡਰੀ ਸਟਰਕਚਰ ਦੀ। ਤਾਂ ਹੁੰਦਾ ਕੀ ਹੈ, ਪ੍ਰਾਇਮਰੀ ਸਟਰਕਚਰ ਜਿਹੜੀ ਕਿ ਅਸੀਂ ਦੱਸੀ ਸੀ ਕਿ ਇੱਕ ਸਟ੍ਰੇਟ ਚੇਨ ਹੈਗੀ ਹੈ। ਤਾਂ ਉਹ ਚੇਨ ਜਿਹੜੀ ਹੈਗੀ ਹੈ ਬੇਟਾ ਇੱਕ ਦੂਸਰੇ ਦੇ ਉਹ ਚੇਨ ਆਪਸ ਦੇ ਵਿੱਚ ਜਦੋਂ ਇਸ ਤਰੀਕੇ ਨਾਲ ਕੁਆਇਲ ਹੋ ਜੇ ਜਾਂ ਫੋਲਡਿੰਗਸ ਉਸ ਦੀਆਂ ਹੋ ਜਾਣ, ਫੋਲਡਿੰਗਸ ਹੋ ਜਾਣ ਤੋਂ ਬਾਅਦ ਦੇ ਵਿੱਚ ਜਿਹੜਾ ਆਪਣੇ ਕੋਲੇ ਬਣ ਜਾਏਗਾ ਬੇਟਾ ਉਹ ਸੈਕੰਡਰੀ ਸਟਰਕਚਰ ਹੋਏਗਾ। ਇੱਥੇ ਇੱਕ ਜਾਂ ਜ਼ਿਆਦਾ ਪੋਲੀਪੈਪਟਾਈਡ ਚੇਨਸ ਨੇ ਉਹ ਫੋਲਡ ਹੋ ਜਾਂਦੀਆਂ ਇਨ ਦਾ ਫਾਰਮ ਆਫ ਹੈਲਿਕਸ। ਤਾਂ ਰਾਈਟ ਹੈਂਡਡ ਹੈਲਿਕਸ ਬਣ ਜਾਂਦੀ ਹੈ। ਤਾਂ ਜਿਹੜਾ ਹੈਲੀਕਲ ਸਟਰਕਚਰ ਬਣ ਗਿਆ ਇਸ ਨੂੰ ਅਸੀਂ ਕੀ ਕਹਾਂਗੇ ਬੇਟਾ, ਸੈਕੰਡਰੀ ਸਟਰਕਚਰ ਬੋਲਾਂਗੇ। ਜਿਵੇਂ ਕੈਰਾਟਿਨ ਹੋ ਗਿਆ, ਫਾਈਬਰਿਨੋਜਨ ਹੋ ਗਿਆ, ਇਹ ਹੋ ਗਿਆ। ਜਿਹੜਾ ਬੇਟਾ ਇਹ ਸੈਕੰਡਰੀ ਸਟਰਕਚਰ ਹੈ ਇਹ ਦੋ ਤਰ੍ਹਾਂ ਦਾ ਹੋ ਸਕਦਾ ਹੈ। ਇੱਕ ਤਾਂ ਤੁਹਾਨੂੰ ਮੈਂ ਦੱਸਿਆ ਕਿ ਇਸ ਤਰੀਕੇ ਨਾਲ ਫੋਲਡਿੰਗਸ ਹੋ ਜਾਣੀਆਂ। ਜੇ ਫੋਲਡਿੰਗਸ ਹੋ ਜਾਣੀ ਤਾਂ ਬੀਟਾ ਪਲੀਟਡ ਸਟਰਕਚਰ ਬੋਲਦੇ ਹਾਂ ਅਸੀਂ। ਜੇ ਬੇਟਾ ਕੀ ਹੈ ਉਹ ਇੱਕ ਦੂਜੇ ਦੇ ਜੇ ਕੁਆਇਲ ਹੋ ਗਿਆ, ਇਸ ਤਰੀਕੇ ਨਾਲ ਕੁਆਇਲ ਹੋ ਕੇ ਬਣਿਆ, ਤਾਂ ਉਸ ਨੂੰ ਅਸੀਂ ਅਲਫਾ ਹੈਲੀਕਲ ਸਟਰਕਚਰ ਬੋਲਦੇ ਹਾਂ। ਤਾਂ ਦੋ ਤਰ੍ਹਾਂ ਦਾ ਹੋ ਸਕਦਾ ਸੈਕੰਡਰੀ ਸਟਰਕਚਰ, ਅਤੇ ਦੱਸਿਆ ਹੋਇਆ ਬੀਟਾ ਪਲੀਟਡ ਐਂਡ ਅਲਫਾ ਹੈਲੀਕਲ ਸਟਰਕਚਰ। ਤਾਂ ਹੁਣ ਐਗਜ਼ਾਮਪਲ ਜਿਵੇਂ ਆਪਾਂ ਕੋਲ ਸਿਲਕ ਪ੍ਰੋਟੀਨ ਹੈ, ਇਹਦੇ ਵਿੱਚ ਦੱਸਿਆ ਹੋਇਆ ਕਿ ਕਿਸ ਤਰੀਕੇ ਨਾਲ ਇਹ ਇਸ ਦੀਆਂ ਸ਼ੀਟਸ ਨੇ ਜਿਹੜੀਆਂ ਇੱਕ ਦੂਸਰੇ ਦੇ ਨਾਲ ਅਟੈਚ ਹੋ ਜਾਂਦੀਆਂ ਨੇ ਵਿਦ ਦੀ ਹੈਲਪ ਆਫ ਬੌਂਡਸ, ਹਾਈਡਰੋਜਨ ਬੌਂਡ ਵਗੈਰਾ ਬਣ ਜਾਂਦੇ ਨੇ। ਤਾਂ ਆਪਣੇ ਕੋਲ ਕਿਹੜਾ ਸਟਰਕਚਰ ਬਣ ਗਿਆ, ਉਹ ਸੈਕੰਡਰੀ ਸਟਰਕਚਰ। ਹੁਣ ਜਿਹੜਾ ਸੈਕੰਡਰੀ ਸਟਰਕਚਰ ਹੈ, ਜੇ ਸੈਕੰਡਰੀ ਸਟਰਕਚਰ ਦੀ ਫਰਦਰ ਕੁਆਇਲਿੰਗ ਹੋ ਜੇ, ਦੇਖੋ ਇੱਕ ਤਾਂ ਇਹ ਆਪਣੇ ਕੋਲੇ ਇੱਥੇ ਧਿਆਨ ਨਾਲ ਦੇਖੋ ਤੁਸੀਂ, ਜੇ ਮੈਂ ਕਹਾਂ ਕਿ ਆਹ ਚੀਜ਼ ਹੈ ਜਿਹੜੀ ਇਹ ਤਾਂ ਹੋ ਗਿਆ ਪ੍ਰਾਇਮਰੀ ਸਟਰਕਚਰ, ਅਤੇ ਜੇ ਇਹਦੀ ਇਹ ਕੁਆਇਲਿੰਗ ਹੋ ਗਈ ਤਾਂ ਇਹ ਕੀ ਹੋ ਗਿਆ, ਸੈਕੰਡਰੀ ਸਟਰਕਚਰ। ਤਾਂ ਹੁਣ ਇਹੀ ਸੈਕੰਡਰੀ ਸਟਰਕਚਰ ਅੱਗੇ ਹੋਰ ਜ਼ਿਆਦਾ ਕੁਆਇਲ ਹੋ ਗਿਆ, ਕੁਆਇਲਿੰਗ ਕਰਕੇ ਇਹਨੇ ਇੱਕ ਆਪਣੇ ਕੋਲੇ 3D ਵਿਊ ਬਣਾਤਾ। ਜੇ 3D ਸਟਰਕਚਰ ਦੇ ਦੂਗਾ ਬੇਟਾ ਤਾਂ ਅਸੀਂ ਇਸ ਨੂੰ ਕੀ ਬੋਲਾਂਗੇ, ਟਰਸ਼ਰੀ ਸਟਰਕਚਰ ਬੋਲ ਦਾਂਗੇ। ਤਾਂ ਇਹ ਆਪਣੇ ਕੋਲੇ ਜਿਹੜਾ ਹੈਗਾ ਬੇਟਾ ਹੈਲੀਕਲ ਪੈਪਟਾਈਡ ਚੇਨ ਜਿਹੜੀ ਹੈਗੀ ਉਹ ਫਰਦਰ ਫੋਲਡ ਹੋ ਜਾਂਦੀ ਹੈ ਇੱਕ ਹੋਲੋ ਵੂਲਨ ਵਾਲ, ਜਿਵੇਂ ਆਪਣੇ ਕੋਲੇ ਜਿਵੇਂ ਆਪਾਂ ਕਹਿੰਦੇ ਉੱਨ ਦਾ ਗੋਲਾ ਜਿਹਾ ਹੁੰਦਾ, ਪਸ਼ਮ ਦਾ ਗੋਲਾ ਹੁੰਦਾ, ਉਸ ਤਰੀਕੇ ਨਾਲ ਜੇ ਬਣ ਜਾਂਦਾ ਤਾਂ ਉਹ 3D ਵਿਊ ਜਿਹੜਾ ਬਣ ਜੂਗਾ ਉਸ ਨੂੰ ਅਸੀਂ ਕੀ ਬੋਲਾਂਗੇ ਬੇਟਾ, ਟਰਸ਼ਰੀ ਸਟਰਕਚਰ ਬੋਲਾਂਗੇ। ਟਰਸ਼ਰੀ ਸਟਰਕਚਰ ਜਿਹੜੀਆਂ ਸਾਡੀ ਬਾਡੀ ਦੀਆਂ ਬਹੁਤ ਸਾਰੀਆਂ ਬਾਇਓਲੋਜੀਕਲ ਐਕਟੀਵਿਟੀਜ਼ ਦੇ ਲਈ ਜ਼ਰੂਰੀ ਹੁੰਦਾ, ਜਿਵੇਂ ਮਾਇਓਗਲੋਬਿਨ ਹੋ ਗਿਆ, ਐਂਜ਼ਾਈਮ ਹੋ ਗਏ, ਇਹਨਾਂ ਸਾਰਿਆਂ ਦਾ ਜਿਹੜਾ ਸਟਰਕਚਰ ਕੀ ਆ ਉਹ ਟਰਸ਼ਰੀ ਸਟਰਕਚਰ ਹੈ। ਟਰਸ਼ਰੀ ਸਟਰਕਚਰ ਤੋਂ ਬਾਅਦ 'ਚ ਹੁਣ ਗੱਲ ਕਰਦੇ ਹਾਂ ਕੁਆਟਰਨਰੀ ਸਟਰਕਚਰ ਦੀ। ਕੁਆਟਰਨਰੀ ਸਟਰਕਚਰ ਦੇ ਵਿੱਚ ਬੇਟਾ ਤੁਸੀਂ ਦੇਖੋ, ਮੈਂ ਤੁਹਾਨੂੰ ਇੱਥੇ ਹੀ ਗੱਲ ਕਲੀਅਰ ਕਰਦਾ ਟਰਸ਼ਰੀ ਦੇ ਵਿੱਚ ਹੀ। ਸਪੋਜ਼ ਆਪਣੇ ਕੋਲੇ ਇੱਕ ਇਹ ਚੇਨ ਹੈਗੀ ਹੈ, ਇਸ ਦੇ ਲਈ ਮੈਨੂੰ ਥੋੜ੍ਹੀ ਜਿਹੀ ਆਪਾਂ ਨੂੰ ਕਿਤੇ, ਹਾਂਜੀ ਬੇਟਾ, ਸੋ ਅਸੀਂ ਇਸ ਜਗ੍ਹਾ ਦੇ ਵਿੱਚ ਐਕਸਪਲੇਨ ਕਰ ਸਕਦੇ ਹਾਂ। ਤਾਂ ਆਪਣੇ ਕੋਲੇ ਇੱਕ ਆਹ ਚੇਨ ਹੈ, ਪ੍ਰਾਇਮਰੀ ਸਟਰਕਚਰ ਹੈ, ਇਹਦੀ ਕੁਆਇਲਿੰਗ ਹੋ ਗਈ ਕੀ ਹੋ ਗਿਆ, ਸੈਕੰਡਰੀ। ਇਹਦੀ ਫਰਦਰ ਕੁਆਇਲਿੰਗ ਹੋ ਗਈ ਕੀ ਹੋ ਗਿਆ, ਇਹ ਟਰਸ਼ਰੀ। ਇਸੇ ਤਰੀਕੇ ਨਾਲ ਹੀ ਇੱਕ ਇਹ ਪ੍ਰਾਇਮਰੀ ਸਟਰਕਚਰ ਹੈ, ਇਹਦਾ ਇਹ ਸੈਕੰਡਰੀ ਸਟਰਕਚਰ ਹੋ ਗਿਆ, ਅਤੇ ਇਹਦਾ ਇਹ ਕੀ ਹੋ ਗਿਆ ਬੇਟਾ, ਟਰਸ਼ਰੀ ਸਟਰਕਚਰ ਹੋ ਗਿਆ। ਇੱਕ ਮੈਂ ਹੋਰ ਲੈ ਲੈਣਾ, ਇਹ ਪ੍ਰਾਇਮਰੀ ਹੋ ਗਿਆ, ਇਹਦਾ ਇਹ ਸੈਕੰਡਰੀ ਹੋ ਗਿਆ, ਅਤੇ ਇਹਦਾ ਕੀ ਹੋ ਗਿਆ, ਇਹ ਟਰਸ਼ਰੀ ਹੋ ਗਿਆ। ਮਤਲਬ ਕਿ ਇਹ ਅਲੱਗ-ਅਲੱਗ ਯੂਨਿਟਸ ਹੋ ਗਈਆਂ। ਜਿਹੜੀਆਂ ਇਹ ਅਲੱਗ-ਅਲੱਗ ਯੂਨਿਟਸ ਨੇ ਜੇ ਕੰਬਾਈਨ ਕਰ ਜਾਂਦੀਆਂ ਨੇ, ਇੱਥੇ ਆਪਣੇ ਕੋਲੇ ਤਿੰਨਾਂ ਨੂੰ ਮੈਂ ਇਕੱਠਾ ਕਰ ਦਿੰਦਾ। ਜਦੋਂ ਮੈਂ ਤਿੰਨਾਂ ਨੂੰ ਇਕੱਠਾ ਕਰਦਾ
ਇੱਕ ਤਾਂ ਮੇਰੇ ਕੋਲੇ ਆ ਚੀਜ਼ ਹੋ ਗਈ, ਦੂਸਰਾ ਜਿਹੜਾ ਹੈਗਾ ਉੱਪਰ ਵਾਲਾ ਸੀ ਇਹ ਪਿਆ, ਤੀਸਰਾ ਜਿਹੜਾ ਇਹ ਪਿਆ। ਤਾਂ ਇਹ ਜਿਹੜਾ ਮੇਰੇ ਕੋਲ ਸਟਰਕਚਰ ਬਣ ਜਾ ਰਿਹਾ ਹੈ ਇਹ ਕੁਆਟਰਨਰੀ ਸਟਰਕਚਰ ਹੋ ਗਿਆ, ਜਾਂ ਹੋਰ ਵੀ ਕੋਈ ਹੋ ਸਕਦਾ, ਕੋਈ ਚੌਥਾ ਵੀ ਆਪਣੇ ਕੋਲ ਹੋ ਸਕਦਾ ਹੈ। ਤਾਂ ਇਸ ਤਰੀਕੇ ਨਾਲ ਬੇਟਾ ਇਹ ਜਿਹੜੇ ਸਟਰਕਚਰ ਬਣ ਗਏ ਕੀ ਨੇ, ਇਹ ਕੁਆਟਰਨਰੀ ਸਟਰਕਚਰ ਹੈ। ਤਾਂ ਆਹ ਜਿਹੜਾ ਬਣ ਗਿਆ ਇਹ ਕੀ ਹੋ ਗਿਆ, ਕੁਆਟਰਨਰੀ ਸਟਰਕਚਰ ਹੋ ਗਿਆ। ਦਿਸ ਇਜ਼ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ, ਇਹਨਾਂ ਸਾਰਿਆਂ ਦਾ ਕੰਬਾਈਨ ਹੋ ਕੇ ਕੀ ਬਣ ਗਿਆ, ਇਹ ਕੁਆਟਰਨਰੀ ਸਟਰਕਚਰ ਬਣ ਗਿਆ। ਤਾਂ ਇਸ ਨੂੰ ਸਮਝਦੇ ਹਾਂ ਅਸੀਂ ਕੁਆਟਰਨਰੀ ਸਟਰਕਚਰ। ਹੇਅਰ ਮੋਰ ਦੈਨ ਵਨ ਪੋਲੀਪੈਪਟਾਈਡ ਚੇਨ ਫਾਰਮ ਦਾ ਟਰਸ਼ਰੀ ਸਟਰਕਚਰ। ਇੱਕ ਤੋਂ ਜ਼ਿਆਦਾ ਪੋਲੀਪੈਪਟਾਈਡ ਚੇਨਸ ਟਰਸ਼ਰੀ ਸਟਰਕਚਰ ਬਣਾਉਂਦੀਆਂ ਨੇ, ਅਤੇ ਹਰ ਇੱਕ ਚੇਨ ਜਿਹੜੀ ਪ੍ਰੋਟੀਨ ਦਾ ਕੀ ਕਰਦੀ ਹੈ, ਸਬ ਯੂਨਿਟ ਦਾ ਕੰਮ ਕਰਦੀ ਹੈ। ਜਿਵੇਂ ਹੀਮੋਗਲੋਬਿਨ ਦੇ ਵਿੱਚ 4 ਸਬ ਯੂਨਿਟਸ ਨੇ, ਆ ਦੇਖੋ ਆ ਪਿਆ ਹੀਮੋਗਲੋਬਿਨ, 1 2 3 4 ਅਲੱਗ-ਅਲੱਗ ਕਲਰ ਦਿਖਾਈ ਦੇ ਰਹੇ ਹੈ ਨਾ, ਜਿਸ ਤਰ੍ਹਾਂ ਮੈਂ ਹੁਣ ਡਾਇਗਰਾਮ ਬਣਾਇਆ ਸੀ ਬਿਲਕੁਲ ਉਸੇ ਤਰੀਕੇ ਨਾਲ ਹੀ ਇਹਦੇ ਵਿੱਚ ਅਲੱਗ-ਅਲੱਗ ਕਲਰ ਨੇ। ਆ ਦੇਖੋ ਇਹ 'ਚ 3 ਯੂਨਿਟਸ ਨੇ। ਇਹ ਨਹੀਂ ਹੈ ਕਿ 3 ਜਾਂ 4 ਜਾਂ 5 ਹੋਣੀਆਂ ਚਾਹੀਦੀਆਂ, ਕਿੰਨੀਆਂ ਵੀ ਯੂਨਿਟਸ ਹੋ ਸਕਦੀਆਂ ਨੇ, ਪਰ ਉਹ ਕੀ ਹੈ, ਇੱਕ ਜੇ ਤਾਂ ਇੱਕ ਦੀ ਹੀ ਫੋਲਡਿੰਗ ਹੋਈ ਹੈ ਤਾਂ ਉਹ ਟਰਸ਼ਰੀ ਹੈ। ਜੇ ਇੱਕ ਤੋਂ ਜ਼ਿਆਦਾ, ਜੇ 2 ਦੀ ਵੀ ਹੋ ਗਈ, ਜਿਵੇਂ 3 ਸੀਗੇ, 3 ਦੇ ਵਿੱਚ 2 ਕਲਰ ਵੀ ਹੁੰਦੇ, ਫਿਰ ਵੀ ਇਸ ਨੂੰ ਮੈਂ ਕੁਆਟਰਨਰੀ ਸਟਰਕਚਰ ਹੀ ਕਹਿਣਾ ਸੀ। ਮਤਲਬ ਕਿ ਇੱਕ ਤੋਂ ਜ਼ਿਆਦਾ ਟਰਸ਼ਰੀ ਸਟਰਕਚਰ ਜੇ ਕੰਬਾਈਨ ਕਰ ਜਾਂਦੇ ਨੇ ਤਾਂ ਕੀ ਬਣ ਜਾਊਗਾ, ਕੁਆਟਰਨਰੀ ਸਟਰਕਚਰ। ਇਹ ਤੇ ਹੋਰ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੋਇਆ ਇਹ, ਇਸ ਤੋਂ ਤੁਹਾਨੂੰ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ ਤੇ ਕੁਆਟਰਨਰੀ ਦੀ ਪੂਰੀ ਪਿਕਚਰ ਕਲੀਅਰ ਹੋ ਜਾਣੀ ਹੈ। ਦੇਖੋ ਚੇਨ ਬਣ ਗਈ, ਪ੍ਰਾਇਮਰੀ ਸਟਰਕਚਰ ਹੈ। ਇੱਥੇ ਚਾਹੀਦੀ ਤਾਂ ਇਹਦਾ ਸ਼ੀਟ ਲਾਈਕ ਸਟਰਕਚਰ ਬਣ ਗਿਆ, ਚਾਹੀਦੀ ਕੋਇਲਿੰਗ ਹੋ ਗਈ, ਕੀ ਹੋ ਗਿਆ ਇਹ ਸੈਕੰਡਰੀ ਸਟਰਕਚਰ। ਇਹ ਸੈਕੰਡਰੀ ਜਿਹੜਾ ਹੈਗਾ ਬੇਟਾ ਅੱਗੇ ਕੋਇਲ ਕਰ ਗਿਆ ਜਾ ਕੇ ਕੀ ਹੋ ਗਿਆ, ਇਹ ਕੁਆਟਰਨਰੀ ਸਟਰਕਚਰ। ਤਾਂ ਇੱਕ ਟਰਸ਼ਰੀ ਤੋਂ ਬਾਅਦ ਕੁਆਟਰਨਰੀ ਬਣਾਉਣ ਵੇਲੇ ਇੱਕ ਇਹ ਕਲਰ ਆ ਗਿਆ, ਇੱਕ ਬੇਟਾ ਕੋਈ ਹੋਰ ਸੀਗਾ, ਅਤੇ ਆਹ ਕੋਈ ਤੀਸਰਾ ਕੋਈ ਹੋਰ ਸੀ, ਅਤੇ ਇਹ ਚੌਥਾ ਜਿਹੜਾ ਹੈਗਾ ਕੋਈ ਹੋਰ ਹੈ। ਤਾਂ ਇਹ ਸਾਰੇ ਅੱਡ ਅੱਡ ਪਾਸਿਓਂ ਆਏ। ਜਿਵੇਂ ਬਲੈਕ ਤਾਂ ਸਿੱਧਾ ਦਿਖਾਈ ਦੇ ਰਿਹਾ ਤੁਹਾਨੂੰ ਕਿ ਬਲੈਕ ਤਾਂ ਇੱਧਰੋਂ ਆਇਆ, ਆਹ ਕਿਤੋਂ ਹੋਰ ਆਇਆ, ਇਹ ਕਿਤੋਂ ਹੋਰ ਆਇਆ, ਇਹ ਕਿਤੋਂ ਹੋਰ ਆਇਆ। ਜਦੋਂ ਸਾਰੀਆਂ ਇਕੱਠੀਆਂ ਹੋ ਗਈਆਂ ਕੀ ਬਣ ਗਿਆ, ਕੁਆਟਰਨਰੀ ਸਟਰਕਚਰ। ਮਤਲਬ ਕਿ ਇਸ ਕੁਆਟਰਨਰੀ ਦੇ ਵਿੱਚ ਇਹ ਮੇਰੇ ਕੋਲ ਇੱਕ ਟਰਸ਼ਰੀ ਸਟਰਕਚਰ ਹੈ, ਇਹ ਦੂਸਰਾ ਟਰਸ਼ਰੀ ਸਟਰਕਚਰ ਹੈ, ਤੀਸਰਾ ਟਰਸ਼ਰੀ ਸਟਰਕਚਰ ਹੈ, ਚੌਥਾ ਕੁਆਟਰਨਰੀ ਟਰਸ਼ਰੀ ਸਟਰਕਚਰ ਹੈ। ਜਾਂ ਜੇ ਮੈਂ ਕਹਾਂ ਕਲਰ ਦੇ ਬੇਸ 'ਤੇ ਇਹ ਦੋ ਹੀ ਕਲਰ ਨੇ ਇਹ। ਤਾਂ ਇੱਕ ਤਾਂ ਇਹ ਹੋ ਗਿਆ ਆਪਣੇ ਕੋਲੇ ਸਟਰਕਚਰ ਟਰਸ਼ਰੀ, ਇੱਕ ਇਹ ਹੋ ਗਿਆ। 2 ਟਰਸ਼ਰੀ ਸਟਰਕਚਰ ਸੀ ਅਤੇ ਦੋਨਾਂ ਤੋਂ ਆਪਣੇ ਕੋਲੇ ਕੀ ਬਣ ਗਿਆ, ਇਹ ਕੁਆਟਰਨਰੀ ਸਟਰਕਚਰ ਬਣ ਗਿਆ। ਸੋ ਇਹ ਸੀ ਬੇਟਾ ਆਪਣੇ ਕੋਲੇ ਸਟਰਕਚਰ ਪ੍ਰੋਟੀਨ ਦਾ। ਕਿਸ ਤਰੀਕੇ ਨਾਲ ਪ੍ਰਾਇਮਰੀ ਤੋਂ ਲੈ ਕੇ ਬੇਟਾ ਉਹ ਸੈਕੰਡਰੀ, ਟਰਸ਼ਰੀ ਜਾਂ ਕੁਆਟਰਨਰੀ ਸਟਰਕਚਰ ਤੱਕ ਅਸੀਂ ਪਹੁੰਚਦੇ ਹਾਂ। ਸੋ ਮੈਂ ਉਮੀਦ ਕਰਦਾ ਬੇਟਾ ਕਿ ਤੁਹਾਨੂੰ ਪ੍ਰੋਟੀਨ ਕਿਸ ਤਰ੍ਹਾਂ ਬਣਦੇ ਨੇ, ਜਾਂ ਪ੍ਰੋਟੀਨ ਕਿਸ ਤਰ੍ਹਾਂ ਮੈਕਰੋਮੋਲੀਕਿਊਲਸ ਨੇ, ਪ੍ਰੋਟੀਨ ਦਾ ਸਟਰਕਚਰ ਕੀ ਹੈ, ਅਤੇ ਪ੍ਰੋਟੀਨ ਜਿਹੜੇ ਹੈਗੇ ਨੇ ਕਿਵੇਂ ਅਲੱਗ-ਅਲੱਗ ਟਾਈਪਸ ਦੇ ਹੋ ਸਕਦੇ ਨੇ, ਕਿਵੇਂ ਪੈਪਟਾਈਡ ਬੌਂਡਸ ਦੇ ਨਾਲ ਪ੍ਰੋਟੀਨ ਸਿੰਥਸਿਸ ਹੁੰਦੀ ਹੈ, ਇਹ ਸਮਝ ਲੱਗਿਆ ਹੋਊਗਾ ਬੇਟਾ। ਅੱਜ ਤੁਸੀਂ ਪ੍ਰੋਟੀਨਸ ਵਾਲਾ ਪੋਰਸ਼ਨ ਕਰੋ। ਪ੍ਰੋਟੀਨਸ ਤੋਂ ਬਾਅਦ 'ਚ ਬੇਟਾ ਜਿਹੜਾ ਨੈਕਸਟ ਤੁਹਾਨੂੰ ਬੇਟਾ ਜਿਹੜਾ ਕੱਲ੍ਹ ਮੈਂ ਕਰਵਾਊਂਗਾ ਉਹ ਹੋਏਗਾ ਕਾਰਬੋਹਾਈਡਰੇਟਸ ਦਾ। ਕਾਰਬੋਹਾਈਡਰੇਟਸ ਤੋਂ ਬਾਅਦ 'ਚ ਬੇਟਾ ਇਸੇ ਤਰੀਕੇ ਨਾਲ ਅਸੀਂ ਕਰਾਂਗੇ ਨਿਊਕਲਿਕ ਐਸਿਡ। ਅਸੀਂ ਬੇਟਾ ਸਟੈਪ ਬਾਈ ਸਟੈਪ ਚੱਲਾਂਗੇ। ਮਾਈਕਰੋ ਮੋਲੀਕਿਊਲਸ ਅਸੀਂ ਕੰਪਲੀਟ ਕਰੀ ਬੈਠੇ ਹਾਂ ਆਲਰੇਡੀ। ਅੱਜ ਮੈਕਰੋ ਮੋਲੀਕਿਊਲਸ ਦੇ ਵਿੱਚ ਤੁਹਾਨੂੰ ਬੇਟਾ ਮੈਂ ਪ੍ਰੋਟੀਨਸ ਦਾ ਸਟਰਕਚਰ ਕਰਵਾਇਆ। ਅੱਜ ਦੇ ਲਈ ਇੰਨਾ ਹੀ ਬੇਟਾ। ਥੈਂਕ ਯੂ ਵੈਰੀ ਮੱਚ।